घर की प्रॉब्लम से था। डैडी को प्रॉब्लम हो गया था, डैडी बीमार थे, इसलिए मुझे पढ़ाई भी छोड़नी पड़ी और गेम भी छोड़नी पड़ी, बॉक्सिंग भी छोड़नी पड़ी। और इस कारण फिर हमें कहीं जॉब भी नहीं मिल रही थी, तो हम यहाँ पार्किंग में जॉब कर रहे हैं। और इस कारण फिर मेरे को सारा कुछ संभालना पड़ा। स्पोर्ट भी नहीं मिलती, हमने इतने सारे मेडल खेले, नेशनल खेले हैं, मेडल भी लाए, पर एक भी स्कॉलरशिप नहीं आई, एक भी स्कॉलरशिप नहीं आई। अगर स्कॉलरशिप भी आती तो उसके सारे भी बच्चे खेलते रहते कि हाँ हमें स्कॉलरशिप मिल रही है, हम आगे जाते रहे। ਟੋਕੀਓ ਓਲੰਪਿਕਸ ਦੇ ਵਿੱਚ ਭਾਵੇਂ ਮੀਰਾਬਾਈ ਚਾਨੂ ਹੋਵੇ, ਪੀਵੀ ਸਿੰਧੂ ਹੋਣ ਜਾਂ ਲਵੀਨਾ ਹੋਏ, ਇਹ ਤਿੰਨਾਂ ਨੇ ਦੇਸ਼ ਦਾ ਨਾਮ ਮੈਡਲ ਜਿੱਤ ਕੇ ਹਾਸਲ ਕੀਤਾ ਹੈ। ਤੇ ਹੋਰ ਵੀ ਹਲੇ ਕਈ ਖਿਡਾਰਨ ਇਸ ਤਰ੍ਹਾਂ ਦੀ ਹੈ ਜਿਹੜਾ ਕਿ ਆਪਣਾ ਨਾਂ ਤਾਂ ਉੱਚਾ ਕਰ ਰਹੀ ਹੈ, ਆਪਣੇ ਨਾਲ ਨਾਲ ਦੇਸ਼ ਨੂੰ ਵੀ ਜਿਹੜਾ ਗਰਵ ਮਹਿਸੂਸ ਕਰਾ ਰਹੀ ਹੈ, ਪੂਰੀ ਦੁਨੀਆ ਦੇ ਵਿੱਚ ਆਪਣਾ ਨਾਮ ਬਣਾ ਰਹੀ ਹੈ। ਲੇਕਿਨ ਹਰ ਕਿਸੇ ਦੀ ਕਿਸਮਤ ਇਹਨਾਂ ਤਿੰਨਾਂ ਖਿਡਾਰੀਆਂ ਵਾਂਗ ਨਹੀਂ ਹੁੰਦੀ ਕਿ ਜਿਹੜੇ ਓਲੰਪਿਕਸ ਤੱਕ ਪਹੁੰਚ ਪਾਉਂਦੇ ਨੇ। ਭਾਵੇਂ ਘਰ ਦੇ ਹਾਲਾਤ ਜਿਸ ਤਰ੍ਹਾਂ ਮਰਜ਼ੀ ਹੋਣ, ਕਈ ਖਿਡਾਰੀ ਇਸ ਤਰ੍ਹਾਂ ਵੀ ਹੁੰਦੇ ਜਿਨ੍ਹਾਂ ਨੂੰ ਘਰ ਦੇ ਹਾਲਾਤਾਂ ਦੇ ਕਾਰਨ ਆਪਣੀ ਖੇਡ ਨੂੰ ਵਿੱਚੇ ਛੱਡਣਾ ਪੈਂਦਾ ਹੈ। ਅੱਜ ਤੁਹਾਨੂੰ ਇੱਕ ਇਸੇ ਤਰੀਕੇ ਦੀ ਇੱਕ ਕਹਾਣੀ ਦੱਸਦੇ ਹਾਂ। ਅਸੀਂ ਇਸ ਵੇਲੇ ਮੌਜੂਦ ਹਾਂ ਚੰਡੀਗੜ੍ਹ ਦੇ ਸੈਕਟਰ 22 ਦੀ ਸ਼ਾਸਤਰੀ ਮਾਰਕੀਟ ਦੇ ਬਾਹਰ। ਇਸੀ ਮਾਰਕੀਟ ਦੇ ਬਾਹਰ ਇੱਕ ਪਾਰਕਿੰਗ ਹੈ, ਇਹ ਪਾਰਕਿੰਗ ਕਾਊਂਟਰ ਹੈਗਾ ਜਿੱਥੇ ਕੋਈ ਵੀ ਗੱਡੀ ਬਾਹਰੋਂ ਆਉਂਦੀ ਉਹਦੀ ਇੱਥੇ ਪਾਰਕਿੰਗ ਸਲਿੱਪ ਕੱਟੀ ਜਾਂਦੀ ਹੈ। ਉੱਥੇ ਇੱਕ ਕੁੜੀ ਕੰਮ ਕਰਦੀ ਹੈ ਜਿਹੜੀ ਪਰਚੀ ਕੱਟਣ ਦਾ ਕੰਮ ਕਰ ਰਹੀ, ਇਹ ਹੈ ਰੀਤੂ। ਦਰਅਸਲ ਇਹ ਰੀਤੂ ਪਾਰਕਿੰਗ ਦੇ ਵਿੱਚ ਕੰਮ ਕਰਨ ਲਈ ਮਜਬੂਰ ਹੋਈ ਹੈ। ਹਾਲਾਂਕਿ ਅਗਰ ਤੁਸੀਂ ਇਹਦੀ ਪਿਛਲੀ ਕਹਾਣੀ ਅਗਰ ਮੈਂ ਤੁਹਾਨੂੰ ਦੱਸਾਂ ਤਾਂ ਇਹ ਨੈਸ਼ਨਲ ਪਲੇਅਰ ਰਹਿ ਚੁੱਕੀ ਹੈ, ਲੇਕਿਨ ਘਰ ਦੇ ਹਾਲਾਤ ਇਸ ਤਰੀਕੇ ਨਾਲ ਵਿਗੜੇ ਕਿ ਪੜ੍ਹਾਈ ਵੀ ਵਿੱਚ ਛੱਡਣੀ ਪਈ ਤੇ ਆਪਣਾ ਖੇਡ ਨੂੰ ਵੀ ਵਿੱਚ ਹੀ ਛੱਡਣਾ ਪਿਆ। ਇਹ ਨੈਸ਼ਨਲ ਬਾਕਸਿੰਗ ਪਲੇਅਰ ਰਹੀ ਹੈ ਤੇ ਕਾਫੀ ਸਾਰੇ ਜਿਹੜੇ ਇਨਾਮ ਹੈ ਰੀਤੂ ਵੱਲੋਂ ਜਿੱਤੇ ਗਏ ਨੇ। ਲੇਕਿਨ ਹੁਣ ਮਜਬੂਰੀ ਵਸ਼ ਇਹਨੂੰ ਜਿਹੜਾ ਉਹ ਪਾਰਕਿੰਗ ਦੀ ਪਰਚੀਆਂ ਕੱਟਣੀਆਂ ਪੈ ਰਹੀ ਹੈ। ਘਰ ਦੇ ਹਾਲਾਤ ਇਸ ਤਰੀਕੇ ਨੇ ਨਾਲ ਬਣੇ ਕਿ ਖੇਡ ਵੀ ਛੱਡਣੀ ਪਈ ਤੇ ਪੜ੍ਹਾਈ ਵੀ ਛੱਡਣੀ ਪਈ। ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਪਾਰਕਿੰਗ ਜਿਹੜੀ ਹੈ ਹੁਣ ਰੀਤੂ ਦੇ ਹਵਾਲੇ ਤੇ ਰੀਤੂ ਹੀ ਆਪਣੀ ਪੂਰੀ ਜ਼ਿੰਮੇਵਾਰੀ ਸੰਭਾਲ ਰਹੀ ਹੈ। ਹਾਲਾਂਕਿ ਜਿਵੇਂ ਪਹਿਲਾਂ ਦੱਸਿਆ ਕਿ ਹਰ ਕੋਈ ਮੀਰਾਬਾਈ ਚਾਨੂ, ਪੀਵੀ ਸਿੰਧੂ ਜਾਂ ਲਵੀਨਾ ਵਾਂਗ ਜਿਹੜੀ ਹੈ ਉਹ ਹਰ ਖਿਡਾਰੀ ਦੀ ਕਿਸਮਤ ਇਸ ਤਰ੍ਹਾਂ ਚੰਗੀ ਨਹੀਂ ਹੁੰਦੀ। ਤੇ ਦੇਖ ਸਕਦੇ ਹੋ ਤੁਸੀਂ ਕਿ ਇੱਥੇ ਸਲਿੱਪ ਕੱਟਣ ਦਾ ਜਿਹੜਾ ਕੰਮ ਹੈ ਗੱਲ ਕਰ ਰਹੀ ਹੈ। ਗੱਲ ਕਰਦੇ ਆ ਰੀਤੂ ਨਾਲ, ਹਾਲੇ ਆਪਣੇ ਕੰਮ ਦੇ ਵਿੱਚ ਵੀ ਵਿਅਸਤ ਹੈ ਤੇ ਗੱਲ ਕਰਦੇ ਆ। ਰੀਤੂ, ਕਿਉਂ ਤੁਹਾਨੂੰ ਪਰਚੀਆਂ ਕੱਟਣ ਤੇ ਮਜਬੂਰ ਹੋਣਾ ਪਿਆ? ਤੁਸੀਂ ਨੈਸ਼ਨਲ ਬਾਕਸਿੰਗ ਪਲੇयर रहे हो? हाँ जी सर, घर की प्रॉब्लम से था। डैडी को प्रॉब्लम हो गया था, डैडी बीमार थे, इसलिए मुझे पढ़ाई भी छोड़नी पड़ी और गेम भी छोड़नी पड़ी, बॉक्सिंग भी छोड़नी पड़ी। और इस कारण फिर हमें कहीं जॉब भी नहीं मिल रही थी, तो हम यहाँ पार्किंग में जॉब कर रहे हैं। तो कौन कौन से जो है आप गेम्स में पार्टिसिपेट करते वॉलीबॉल, बॉक्सिंग और रेसलिंग, हैं? ये गेम तीनों गेम मेरी मेन गेम थी और तीनों में नेशनल जा चुकी हूँ, नेशनल। खेल चुकी हूँ। अच्छा, तो मेडल्स भी जीते मेडल हो? भी है, मेडल भी जीते हुए हैं, सर्टिफिकेट भी है। पर यह है कि हमें कोई हेल्प नहीं मिली अभी तक ना। अगर हेल्प मिलती तो हम आगे और जाते और आगे अच्छा खेल सकते थे। मतलब आप सपना था कि आप भी ओलंपिक्स तक जा सकते हाँ हैं? जी, पर पूरा नहीं हुआ। ਪੂਰਾ ਨਹੀਂ ਹੁਆ। ਕਿਸਮਤ ਸਾਰੇ ਦੀ ਬਰਾਬਰ ਨਹੀਂ ਹੁੰਦੀ, ਉਹ ਤੁਸੀਂ ਵੀ ਗੱਲ ਕਰ ਰਹੇ ਹੋ, ਸਾਥ ਨਹੀਂ ਦਿੱਤੀ ਕਿਸਮਤ ਤੇ ਇਸੇ ਕਾਰਨ ਮਜਬੂਰੀ ਦੇ ਵਿੱਚ ਤੁਹਾਨੂੰ ਇੱਥੇ ਪਾਰਕਿੰਗ ਦੇ ਵਿੱਚ ਕੰਮ ਕਰਨਾ ਪਿਆ। जॉब करना पड़ रहा है। ਤੇ ਕੀ ਇਸ ਤਰ੍ਹਾਂ ਦੇ ਹਾਲਾਤ ਬਣੇ ਸੀਗੇ ਕਿ ਕਿਉਂ ਤੁਹਾਨੂੰ ਪੜ੍ਹਾਈ ਵੀ ਵਿੱਚ ਛੱਡਣੀ ਪਈ ਤੇ ਨੌਕਰੀ ਕਰਨੀ ਪਈ? और मेरे डैडी रिक्शा चलाते थे, तो उनको आइस प्रॉब्लम हो गई थी और इस कारण फिर मेरे को सारा कुछ संभालना पड़ा। उनकी जॉब छूट गई, फिर मेरे को भी पढ़ाई छोड़नी पड़ी, बॉक्सिंग छोड़नी पड़ी, जॉब करना पड़ गया। यही कारण था हमारा। ਤੇ ਕਿੰਨੇ ਸਾਲ ਖੇਡੇ ਤੁਸੀਂ? मैंने 3-4 साल खेले हैं और छोड़े हुए 2-3 साल हो गए। ਤੇ ਕਿਸਮਤ ਸਾਥ ਨਹੀਂ ਦਿੱਤਾ। ਕਿੱਥੇ ਤੱਕ ਜਾਣ ਦਾ ਸੁਪਨਾ ਸੀਗਾ ਤੇ ਹੁਣ ਅੱਗੇ ਕੀ ਕਰਨ ਦਾ ਸੋਚਿਆ? सपना तो आगे तक जाने का था, पर वहाँ तक कौन जा पाया आज तक ना। सपने पूरे नहीं होते,
ओलंपिक तक खेलने का सपना था पर पूरे नहीं हो पाया। ਮਨ में ਕਦੀ ਇਸ ਤਰ੍ਹਾਂ ਦੀ ਗੱਲਬਾਤ ਆਈ ਕਿ ਕਾਸ਼ ਮੈਂ ਵੀ ਅੱਗੇ ਜਾਂਦੀ ਤਾਂ ਮੈਂ ਵੀ ਅੱਜ ਮੈਡਲ ਜਿੱਤ ਕੇ ਲਿਆਂਦੀ, ਜਿਵੇਂ ਮੀਰਾ ਬਾਈ ਚਾਨੂ ਲਿਆਈ ਹੈ, ਲਵੀਨਾ ਲਿਆਈ ਹੈ ਜਾਂ ਪੀਵੀ ਸਿੰਧੂ ਲਿਆਈ ਹੈ। ਤੁਹਾਡੇ ਮਨ ਦੇ ਵਿੱਚ ਵੀ ਇਸ ਤਰ੍ਹਾਂ ਦੇ ਕਦੀ ਸੁਪਨੇ ਆਏ ਸੀਗੇ ਕਿ ਤੁਸੀਂ ਵੀ ਮੈਡਲ ਜਿੱਤ ਕੇ ਆਓਗੇ ਤੇ ਦੇਸ਼ ਭਰ ਦਾ ਨਾਂ ਰੌਸ਼ਨ ਕਰੋਗੇ? हाँ जी सर, आए थे सपने, पर उसके लिए भी पैसे लगते हैं, पर पैसे के लिए कहाँ, इतनी अच्छी डाइट भी नहीं हमारी। अगर कोई साथ देता तो हम जाते, कोई हमें सपोर्ट करता तो हम आगे भी खेल सकते थे, पर सपोर्ट भी करने वाला कोई नहीं था हमें, और इसलिए हम लोग बस छोड़नी पड़ जाती। ਕੋਚਿੰਗ ਕਿੱਥੋਂ ਲੈਂਦੇ ਸੀਗੇ? कोचिंग में 20 गर्ल्स के स्कूल में पढ़ती थी तो वहीं से ली थी। एक हमारे सर थे परमजीत सर, उन्होंने दी थी कोचिंग हमें। अब उनकी भी रिटायरमेंट हो गई है। कि अगर फिर मौका मिला फिर जाना चाहोगे ਤੁਸੀਂ? हाँ जी, अगर मौका मिला तो हम बेस्ट भी करके दिखाएंगे और आगे भी जा सकते हैं अगर मौका मिला। ਤੇ ਹੁਣ ਤੁਸੀਂ ਵੈਸੇ ਕੁਝ ਨਾਲ पढ़ भी रहे हो, ਇਹਦੇ ਨਾਲ ਹੀ कुछ ਕੰਮ कर रहे हो? आर्मी की तैयारी कर रही थी सर, अभी फॉर्म भरे हैं, देखो क्या होता है। तैयारी तो मेरी पूरी है, पर अब पेपर होंगे तब पता चलेगा कि क्या होता है क्या नहीं होता है। आर्मी की तैयारी कर रहे हो? हाँ जी। ਹੁਣ आर्मी जाने का सपना हैगा? हाँ जी, आर्मी में जाने का सपना है, तैयारी भी पूरी है मेरी। अब वहाँ पे पेपर होएगा तब पता चलेगा क्या होता है क्या नहीं। ਲਵੀਨਾ, ਤੁਹਾਡੇ ਨਾਲ ਦੇ ਜਿਹੜੇ ਖਿਡਾਰੀ ਸੀਗੇ ਕਿ ਉਹ ਸਾਰੇ ਖੇਡ ਦੇ ਵਿੱਚ ਹੈਗੇ ਕਿ ਉਹਨਾਂ ਦੇ ਵਿੱਚ ਵੀ ਕੁਝ ਐਸਾ ਦੇ ਹੈਗੇ ਜਿਹੜੇ ਕਿ ਨਹੀਂ ਅੱਗੇ ਵੱਧ ਪਾਏ? कई आएंगे, कई पढ़ रहे हैं और कई हम मेरी तरह ही जॉब कर रहे हैं। कुछ बच्चे हैं, मैंने देखा है, मतलब बातचीत हुई है, कुछ अमेज़ोन पे फैक्ट्री में लगे हुए हैं और कई ऐसे ही मतलब छोटी मोटी जॉब कर रहे हैं। ਕੀ ਕਾਰਨ ਕੀ ਬਣਦਾ ਹੈ ਕਿ ਸਿਰਫ ਘਰ ਦੀ ਆਰਥਿਕ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਕਿ ਨੌਕਰੀ ਛੱਡਣੀ ਪੈਂਦੀ ਹੈ, ਜਾਂ ਸਪੋਰਟ ਜਿਹੜੀ ਮਿਲਣੀ ਚਾਹੀਦੀ ਹੈ ਅਸਲ ਦੇ ਵਿੱਚ ਖਿਡਾਰੀਆਂ ਨੂੰ, ਭਾਵੇਂ ਸਰਕਾਰ ਹੋਏ ਪ੍ਰਸ਼ਾਸਨ, ਉਹਨਾਂ ਤੋਂ ਜਿਹੜੀ ਸਪੋਰਟ ਮਿਲਣੀ ਚਾਹੀਦੀ ਉਹ ਸਪੋर्ट नहीं मिलती? नहीं मिलती, स्पोर्ट भी नहीं मिलती। हमने इतने सारे मेडल खेले, नेशनल खेले हैं, मेडल भी लाए, पर एक भी स्कॉलरशिप नहीं आई, एक भी स्कॉलरशिप नहीं आई। अगर स्कॉलरशिप भी आती तो उसके सारे भी बच्चे खेलते रहते हैं कि हाँ हमें स्कॉलरशिप मिल रही है, हम आगे जाते रहे। इसलिए यही बात होती है कि स्कॉलरशिप भी नहीं मिलती, और मतलब ये भी है कि साथ भी नहीं देते कहीं। स्पोर्ट्स के जो टीचर्स वगैरह होते हैं या फिर मंत्री होते हैं, मेन बात होती है कि हम लोग जाते हैं वहाँ भी इतना सारा वो नहीं होता है, हेल्प नहीं मिलती है। जैसे हम नेशनल खेलने गए हैं, वहाँ भी इतनी सपोर्ट नहीं देता कोई कि जीत के आना है कि हार के आना है। सिर्फ उनका फोकस होता है कि हम गए, बच्चे ले गए, बस वापस ले आए, ये होता है। ਘਰ 'ਚ ਹੋਰ ਕੌਣ ਕੌਣ ਹੈਗਾ? मेरे 3 भाई हैं और मैं अकेली हूँ, और मम्मी पापा हैं। ਅੱਛਾ, ਤੇ ਉਹ ਵੀ ਸਾਰੇ ਨੌਕਰੀ ਕਰਦੇ ਹੈ? बड़े वाला भाई करता है खरड़ की कैंटीन में, वो भी काम करता है कुक का। ਤੇ ਅੱਗੇ ਪੜਨ ਦਾ ਵੀ ਤੁਹਾਡਾ ਹੋਰ ਸੁਪਨਾ ਹੈਗਾ? ਤੁਸੀਂ ਜਿਵੇਂ ਕਿ ਆਰਮੀ ਦੇ ਤੇ ਤਿਆਰੀ ਕਰ ਰਹੇ ਹੋ, ਨਾਲ ਅੱਗੇ ਪੜਨ ਦਾ ਵੀ ਹੈਗਾ? हाँ जी सर, अगर मौका मिलेगा तो पढ़ेंगे। ਧੰਨਵਾਦ ਜੀ। ਸੋ ਤੁਸੀਂ ਸੁਣਿਆ ਕਿ ਇਹ ਵੀ ਜਿਹੜੀ ਹੈ ਰੀਤੂ ਜਿਹੜੀ ਹੈਗੀ ਹੈ, ਇਹ ਵੀ ਅੱਗੇ ਓਲੰਪਿਕਸ ਦੀ ਖਿਡਾਰੀ ਹੋ ਸਕਦੀ ਸੀਗੀ, ਲੇਕਿਨ ਘਰ ਦੀ ਮਜਬੂਰੀ ਨੇ ਰੀਤੂ ਨੂੰ ਜਿਹੜਾ ਖੇਡ ਵੀ ਵਿੱਚ ਛੁਡਵਾ ਦਿੱਤੀ, ਪੜ੍ਹਾਈ ਵੀ ਵਿੱਚ ਛੁਡਵਾ ਦਿੱਤੀ, ਤੇ ਸੁਪਨੇ ਵੀ ਜਿਹੜੇ ਅਧੂਰੇ ਰਹਿ ਗਏ। ਲੇਕਿਨ ਉਮੀਦ ਹਲੇ ਵੀ ਬਰਕਰਾਰ ਹੈ, ਉਮੀਦਾਂ ਹਲੇ ਵੀ ਹੈਗੀਆਂ ਕਿ ਅਗਰ ਕੋਈ ਇਹਨਾਂ ਨੂੰ ਸਪੋਰਟ ਕਰੇ ਤੇ ਅੱਜ ਵੀ ਇਹ ਚੰਗਾ ਪ੍ਰਦਰਸ਼ਨ ਕਰ ਸਕਦੇ ਕਿ ਜਿਵੇਂ ਕਿ ਹੋਰ ਖਿਡਾਰੀ ਓਲੰਪਿਕਸ ਦੇ ਵਿੱਚ ਜਾ ਕੇ, ਕਾਮਨਵੈਲਥ ਗੇਮਸ ਦੇ ਵਿੱਚ ਜਾ ਕੇ, ਏਸ਼ੀਅਨ ਗੇਮਸ ਦੇ ਵਿੱਚ ਜਾ ਕੇ ਦੇਸ਼ ਦਾ ਨਾਂ ਰੌਸ਼ਨ ਕਰਦੇ। ਇਹ ਵੀ ਰੀਤੂ ਵੀ ਇਸੇ ਤਰੀਕੇ ਨਾਲ ਦੇਸ਼ ਦਾ ਨਾਂ ਰੌਸ਼ਨ ਕਰਨਾ ਚਾਹੁੰਦੀ ਹੈ। ਲੇਕਿਨ ਫਿਲਹਾਲ ਅਗਰ ਗੱਲ ਕਰੀਏ ਤੇ ਘਰ ਦੀ ਹਾਲਾਤ, ਜਿਹੜੇ ਆਰਥਿਕ ਹਾਲਤ ਹੈ, ਉਸ ਦੇ ਕਾਰਨ ਇਸ ਨੂੰ ਪਾਰਕਿੰਗ ਦੇ ਵਿੱਚ ਪਰਚੀਆਂ ਕੱਟਣ 'ਤੇ ਮਜਬੂਰ ਹੋਣਾ ਪਿਆ। ਅਤੇ ਜਿਵੇਂ ਕਿ ਘਰ ਦੇ ਵਿੱਚ ਰੀਤੂ ਨੇ ਦੱਸਿਆ ਕਿ ਫਾਦਰ ਬਿਮਾਰ ਹੋ ਗਏ ਸੀਗੇ, ਤਾਂ ਉਸ ਤੋਂ ਬਾਅਦ ਪੜ੍ਹਾਈ ਵੀ ਛੱਡਣੀ ਪਈ ਅਤੇ ਖੇਡ ਵੀ ਛੱਡਣੀ ਪਈ। ਲੇਕਿਨ ਸਵਾਲ ਇਹ ਹੈ ਸਭ ਤੋਂ ਵੱਡਾ ਕਿ ਅਗਰ ਘਰ ਦੇ ਹਾਲਾਤ ਐਸਾ ਸੀਗੇ, ਅਗਰ ਪ੍ਰਸ਼ਾਸਨ ਚਾਹੁੰਦਾ, ਸਰਕਾਰ ਚਾਹੁੰਦੀ ਤਾਂ ਇਹਨਾਂ ਦੀ ਮਦਦ ਵੀ ਕਰ ਸਕਦੀ ਸੀ। ਲੇਕਿਨ ਇਸ ਤਰੀਕੇ ਨਾਲ ਰੀਤੂ ਵਰਗੀ ਹੋਰ ਵੀ ਕਾਫੀ ਸਾਰੇ ਐਸੇ ਦੇ ਪਲੇਅਰ ਹੈਗੇ ਜਿਨ੍ਹਾਂ ਦੇ ਸੁਪਨੇ ਪੂਰੇ ਨਹੀਂ ਹੋ ਪਾਉਂਦੇ। ਉਸ ਦੇ ਪਿੱਛੇ ਘਰ ਦੇ ਹਾਲਾਤ ਤਾਂ ਹੁੰਦੇ, ਅਤੇ ਨਾਲ ਜਿਹੜੀ ਸਮਾਜਿਕ ਜਿਹੜੀ ਹੈ ਉਹ ਬੰਦਗੀ ਹੁੰਦੀ ਹੈ, ਉਹਦੇ ਕਾਰਨ ਵੀ ਇਸ ਤਰ੍ਹਾਂ ਦੇ ਖਿਡਾਰੀਆਂ ਨੂੰ ਆਪਣੀ ਖੇਲਾਂ ਤੋਂ ਮਹਿਰੂਮ ਹੋਣਾ ਪੈਂਦਾ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਅੰਕੁਸ਼ ਮਹਾਜਨ, दैनिक सवेरा TV।
ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ ਹੈ, ਤੁਰੰਤ ਸੰਪਰਕ ਕਰੋ। ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ।